ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਵੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਆਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। 2024 ਵਿੱਚ ਗਲੋਬਲ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀ, ਹੁਨਰਮੰਦ ਭਾਰਤੀ ਪੇਸ਼ੇਵਰਾਂ ਲਈ ਪੈਦਾ ਹੋਏ ਨਵੇਂ ਮੌਕੇ। ਕਿ ਐਲੋਨ ਮਸਕ ਇੱਕ ਦਿਨ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਵੇਗਾ? ਟਰੰਪ ਨੇ ਦਿੱਤਾ ਇਸ ਸਵਾਲ ਦਾ ਜਵਾਬ। ਟਰੰਪ ਨੇ ਟੀਵੀ ਸ਼ੋਅ ਨਿਰਮਾਤਾ ਮਾਰਕ ਬਰਨੇਟ ਨੂੰ ਬਣਾਇਆ ਬ੍ਰਿਟੇਨ 'ਚ ਅਮਰੀਕੀ ਰਾਜਦੂਤ। ਰਾਸ਼ਟਰਪਤੀ ਟਰੰਪ ਨੇ ਭਾਰਤੀ ਅਮਰੀਕੀ ਸ਼੍ਰੀ ਰਾਮ ਕ੍ਰਿਸ਼ਨਨ ਨੂੰ AI ਤੇ ਵਾਈਟ ਹਾਊਸ ਦਾ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਕੀਤਾ। ਟਰੰਪ ਦੀ ਨੂੰਹ ਲਾਰਾ ਨੇ ਫਲੋਰੀਡਾ ਦੇ ਸੈਨੇਟਰ ਦੀ ਦੌੜ ਤੋਂ ਦੂਰੀ ਬਣਾ ਲਈ, ਵੱਡੇ ਐਲਾਨ ਦੇ ਸੰਕੇਤ। ਪਨਾਮਾ ਨਹਿਰ ਦੇ ਕਬਜ਼ੇ ਦੀ ਧਮਕੀ ਕਿਉਂ ਦੇ ਰਹੇ ਟਰੰਪ? ਛੋਟੇ ਜਿਹੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਰੀ ਕਰਨਾ ਪਿਆ ਬਿਆਨ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਦੋ 2024 ਨੇ ਗਲੋਬਲ ਇਮੀਗ੍ਰੇਸ਼ਨ ਨੀਤੀਆਂ ਵਿੱਚ ਇੱਕ ਪਰਿਵਰਤਨਸ਼ੀਲ ਅਵਧੀ ਦੀ ਨਿਸ਼ਾਨਦੇਹੀ ਕੀਤੀ ਹੈ। ਰਾਸ਼ਟਰਾਂ ਨੇ ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਅਤੇ ਨਿਵਾਸ ਅਤੇ ਕੰਮ ਲਈ ਮਾਰਗਾਂ ਨੂੰ ਸੁਚਾਰੂ ਬਣਾਉਣ ਲਈ ਆਪਣੇ ਢਾਂਚੇ ਨੂੰ ਮੁੜ ਕੈਲੀਬ੍ਰੇਟ ਕੀਤਾ ਹੈ। ਭਾਰਤੀਆਂ ਲਈ ਇਹ ਤਬਦੀਲੀਆਂ ਚੁਣੌਤੀਆਂ ਅਤੇ ਮੌਕਿਆਂ ਦਾ ਮਿਸ਼ਰਣ ਪੇਸ਼ ਕਰਦੀਆਂ ਹਨ। IT, ਹੈਲਥ ਕੇਅਰ ਅਤੇ ਹਰੀ ਊਰਜਾ ਵਰਗੇ ਖੇਤਰਾਂ ਦੇ ਵਿੱਚ ਮੁਹਾਰਤ ਦੀ ਵੱਧਦੀ ਮੰਗ ਦੇ ਨਾਲ ਭਾਰਤੀ ਬਿਨੇਕਾਰ ਇਹਨਾਂ ਤਬਦੀਲੀਆਂ ਦਾ ਲਾਭ ਉਠਾਉਣ ਦੇ ਲਈ ਵਿਲੱਖਣ ਸਥਿਤੀ ਵਿੱਚ ਹਨ। ਹਾਲਾਂਕਿ ਨਿਯਮਾਂ ਦੇ ਗੁੰਝਲਦਾਰ ਭੁਲੇਖੇ ਨੂੰ ਨੈਵੀਗੇਟ ਕਰਨ ਲਈ ਜਾਗਰੂਕਤਾ ਅਤੇ ਤਿਆਰੀ ਦੀ ਲੋੜ ਹੁੰਦੀ ਹੈ। ਇਸ ਸਾਲ ਦੇ ਇਮੀਗ੍ਰੇਸ਼ਨ ਸੁਧਾਰ ਵਿਸ਼ਵ ਵਿਆਪੀ ਆਰਥਿਕ ਅਤੇ ਕਰਮਚਾਰੀਆਂ ਦੀਆਂ ਤਬਦੀਲੀਆਂ ਦਾ ਪ੍ਰਤੀਬਿੰਬ ਹਨ, ਕਿਉਂਕਿ ਦੇਸ਼ਾਂ ਦਾ ਉਦੇਸ਼ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਨਾ, ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਵਧੇਰੇ ਸਮਾਵੇਸ਼ੀ ਸਮਾਜਾਂ ਦਾ ਨਿਰਮਾਣ ਕਰਨਾ ਹੈ। ਭਾਰਤੀ ਆਪਣੇ ਵਿਭਿੰਨ ਹੁਨਰ ਦੇ ਸੈਟਾਂ ਅਤੇ ਗਲੋਬਲ ਟੈਲੈਂਟ ਪੂਲ ਵਿੱਚ ਵਧਦੀ ਪ੍ਰਤੀਨਿਧਤਾ ਦੇ ਨਾਲ ਇਹਨਾਂ ਟੀਚਿਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਜੋਂ ਜਾਣੇ ਜਾਂਦੇ ਹਨ। ਤੇਜ਼ ਵੀਜ਼ਾ ਪ੍ਰੋਸੈਸਿੰਗ ਤੋਂ ਲੈ ਕੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਵਿਸਤ੍ਰਿਤ ਮੌਕਿਆਂ ਤੱਕ ਇਹ ਤਬਦੀਲੀਆਂ ਰਾਸ਼ਟਰਾਂ ਅਤੇ ਭਾਰਤੀ ਕਰਮਚਾਰੀਆਂ ਵਿਚਕਾਰ ਵੱਧ ਰਹੀ ਆਪਸੀ ਨਿਰਭਰਤਾ ਨੂੰ ਉਜਾਗਰ ਕਰਦੀਆਂ ਹਨ। ਸੰਯੁਕਤ ਰਾਜ ਨੇ ਰੋਜ਼ਗਾਰ, ਵਿਦਿਆਰਥੀ ਅਤੇ ਵਿਜ਼ਟਰ ਵੀਜ਼ਾ ਸ਼੍ਰੇਣੀਆਂ ਵਿੱਚ ਸੁਧਾਰ ਪੇਸ਼ ਕੀਤੇ ਹਨ, ਜਿਸ ਨਾਲ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ। ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡਾਂ ਲਈ EB2 ਅਤੇ EB3 ਸ਼੍ਰੇਣੀਆਂ ਲਈ ਤਰਜੀਹੀ ਤਾਰੀਖਾਂ ਅੱਗੇ ਵਧੀਆਂ ਹਨ। IT, ਇੰਜੀਨੀਅਰਿੰਗ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਤੇਜ਼ ਪ੍ਰਕਿਰਿਆ ਨੂੰ ਸਮਰੱਥ ਬਣਾਉਂਦੀਆਂ ਹਨ। ਇਸ ਤੋਂ ਇਲਾਵਾ ਬਿਨੇਕਾਰ ਹੁਣ ਸਥਾਈ ਨਿਵਾਸ ਲਈ ਤਬਦੀਲੀ ਨੂੰ ਸੁਚਾਰੂ ਬਣਾਉਂਦੇ ਹੋਏ ਕੁਝ ਵਰਕ ਵੀਜ਼ਾ ਨਵਿਆਉਣ ਦੇ ਨਾਲ-ਨਾਲ ਸਥਿਤੀ ਦੀ ਵਿਵਸਥਾ ਅਰਜ਼ੀਆਂ ਦਾਇਰ ਕਰ ਸਕਦੇ ਹਨ। H1B ਵੀਜ਼ਾ ਵਿੱਚ ਤਬਦੀਲੀਆਂ ਵਿੱਚ ਨੌਕਰੀ ਦੇ ਇਸ਼ਤਿਹਾਰਾਂ ਅਤੇ ਉਜਰਤ ਥ੍ਰੈਸ਼ਹੋਲਡ ਦੇ ਸਬੰਧ ਵਿੱਚ ਮਾਲਕਾਂ ਲਈ ਸਖਤ ਪਾਲਣਾ ਦੀਆਂ ਜ਼ਰੂਰਤਾਂ ਸ਼ਾਮਲ ਹਨ। ਨਵੀਆਂ ਵਿਵਸਥਾ 6 ਸਾਲ ਦੀ ਸੀਮਾ ਦੇ ਨੇੜੇ ਹੋਣ ਵਾਲੇ 94 H1B ਧਾਰਕਾਂ ਨੂੰ ਮਨਜ਼ੂਰਸ਼ੁਦਾ ਕਮਿਊਨਿਟੀ ਜਾਂ ਹੁਨਰ ਵਿਕਾਸ ਪਹਿਲਕਦਮੀਆਂ ਵਿੱਚ ਸ਼ਾਮਲ ਹੋ ਕੇ ਆਪਣੀ ਰਿਹਾਇਸ਼ ਵਧਾਉਣ ਦੀ ਇਜਾਜ਼ਤ ਦਿੰਦੀਆਂ ਹਨ। F1 ਸ਼੍ਰੇਣੀ ਦੇ ਅਧੀਨ ਵਿਦਿਆਰਥੀ ਵੀਜ਼ਾ ਅਪਡੇਟ ਵਿੱਚ ਵਾਤਾਵਰਣ ਵਿਗਿਆਨ ਅਤੇ ਡਾਟਾ ਇੰਜੀਨੀਅਰਿੰਗ ਵਰਗੇ ਖੇਤਰਾਂ ਵਿੱਚ STEM ਗ੍ਰੈਜੂਏਟਾਂ ਲਈ ਵਿਸਤ੍ਰਿਤ ਵਿਕਲਪ ਪ੍ਰੈਕਟੀਕਲ ਟ੍ਰੇਨਿੰਗ ਯਾਨੀ OPT ਸ਼ਾਮਲ ਹੈ। STEM ਗ੍ਰੈਜੂਏਟ ਹੁਣ ਵਾਤਾਵਰਣ ਵਿਗਿਆਨ ਅਤੇ ਡਾਟਾ ਇੰਜੀਨੀਅਰਿੰਗ ਵਰਗੇ ਨਵੇਂ ਸ਼ਾਮਲ ਕੀਤੇ ਗਏ ਖੇਤਰਾਂ ਦੇ ਵਿੱਚ OPT ਦੇ ਅਧੀਨ 36 ਮਹੀਨਿਆਂ ਤੱਕ ਕੰਮ ਕਰ ਸਕਦੇ ਹਨ। ਘੱਟ ਜੋਖਮ ਵਾਲੇ ਬਿਨੇਕਾਰਾਂ ਲਈ ਵਿਸਤ੍ਰਿਤ ਇੰਟਰਵਿਊ ਛੋਟ ਪ੍ਰੋਗਰਾਮ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਂਦੇ ਹਨ। ਭਾਰਤੀ ਸੈਲਾਨੀਆਂ ਅਤੇ ਵਪਾਰਕ ਯਾਤਰੀਆਂ ਲਈ B1, B2 ਵੀਜ਼ਾ ਪ੍ਰਕਿਰਿਆ ਵਿੱਚ ਹੁਣ ਤੇਜ਼ ਸਲਾਟ ਅਤੇ ਘੱਟ ਉਡੀਕ ਸਮਾਂ ਸ਼ਾਮਲ ਹੈ। ਡੋਨਾਲਡ ਟਰੰਪ ਨੂੰ ਹਾਲ ਹੀ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ। ਉਹ ਵੀ ਜਲਦੀ ਹੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਐਲੋਨ ਮਸਕ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੇ ਬਿਹਤਰ ਸਬੰਧਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹਨ। ਹੁਣ ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਟਰੰਪ ਤੋਂ ਬਾਅਦ ਕੌਣ ਅਮਰੀਕਾ ਦਾ ਰਾਸ਼ਟਰਪਤੀ ਹੋਵੇਗਾ। ਐਲੋਨ ਮਸਕ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਆਪਣੇ ਬਿਹਤਰ ਸਬੰਧਾਂ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਰਹੇ ਹਨ ਕਿ ਟੈਸਲਾ ਦੇ CEO ਐਲੋਨ ਮਸਕ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਹੁਣ ਤੁਹਾਨੂੰ
ਇਹ ਜਾਣਨਾ ਜ਼ਰੂਰੀ ਹੈ ਕਿ ਜਦੋਂ ਡੋਨਲਡ ਟਰੰਪ ਨੂੰ ਇਸ ਸਵਾਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ। ਐਲੋਨ ਮਸਕ ਦਾ ਆਉਣ ਵਾਲੇ ਟਰੰਪ ਪ੍ਰਸ਼ਾਸਨ ਵਿੱਚ ਵੱਡਾ ਪ੍ਰਭਾਵ ਹੈ। ਡੋਨਲਡ ਟਰੰਪ ਨੇ ਐਲੋਨ ਮਸਕ ਦੇ ਰਾਸ਼ਟਰਪਤੀ ਬਣਨ ਦੇ ਸਵਾਲ ਦਾ ਜਵਾਬ ਨਾ ਵਿੱਚ ਦਿੱਤਾ। ਉਹ ਰਾਸ਼ਟਰਪਤੀ ਨਹੀਂ ਹੋਣਗੇ। ਉਹਨਾਂ ਨੇ ਕਿਹਾ ਕਿ ਉਹ ਤੁਹਾਨੂੰ ਦੱਸ ਸਕਦੇ ਹਨ। ਟਰੰਪ ਨੇ ਫਿਨਿਕਸ ਐਰੀਜ਼ੋਨਾ ਵਿੱਚ ਇੱਕ ਰਿਪਬਲਿਕਨ ਸੰਮੇਲਨ ਵਿੱਚ ਕਿਹਾ। ਟਰੰਪ ਨੇ ਕਿਹਾ ਕਿ ਨਹੀਂ ਦਾ ਜਵਾਬ ਦਿੰਦੇ ਹੋਏ ਦੇਸ਼ ਵਿੱਚ ਪੈਦਾ ਹੋਣ ਦੇ ਸਬੰਧ ਵਿੱਚ ਅਮਰੀਕੀ ਨਿਯਮਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਟਰੰਪ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਲੋਨ ਮਸਕ ਦਾ ਜਨਮ ਇਸ ਦੇਸ਼ ਵਿੱਚ ਨਹੀਂ ਹੋਇਆ, ਉਹ ਦੱਖਣੀ ਅਫਰੀਕਾ ਵਿੱਚ ਪੈਦਾ ਹੋਇਆ ਸੀ। ਅਮਰੀਕੀ ਸੰਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਨੂੰ ਕੁਦਰਤੀ ਤੌਰ ਤੇ ਅਮਰੀਕੀ ਨਾਗਰਿਕ ਹੋਣਾ ਚਾਹੀਦਾ ਹੈ। ਟਰੰਪ ਆਲੋਚਨਾ ਦਾ ਜਵਾਬ ਦੇ ਰਿਹਾ ਸੀ, ਖਾਸ ਤੌਰ ਤੇ ਡੈਮੋਕ੍ਰੈਟਿਕ ਕੈਂਪ ਤੋਂ ਤਕਨੀਕੀ ਅਰਬਪਤੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਆਉਣ ਵਾਲੇ ਪ੍ਰਸ਼ਾਸਨ ਵਿੱਚ ਉਸ ਦੀ ਵੱਡੀ ਭੂਮਿਕਾ ਲਈ ਰਾਸ਼ਟਰਪਤੀ ਮਸਕ ਵਜੋਂ ਦਰਸਾਇਆ ਗਿਆ ਸੀ। ਮਸਕ ਦੇ ਰਾਸ਼ਟਰਪਤੀ ਬਣਨ ਤੇ ਟਰੰਪ ਨੇ ਵੀ ਭੀੜ ਨੂੰ ਭਰੋਸਾ ਦਿੱਤਾ, ਨਹੀਂ ਅਜਿਹਾ ਨਹੀਂ ਹੋ ਰਿਹਾ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਟੀਵੀ ਜਗਤ ਦੇ ਵੱਡੇ ਨਾਂ ਮਾਰਕ ਬਰਨੇਟ ਨੂੰ ਬ੍ਰਿਟੇਨ ਦਾ ਵਿਸ਼ੇਸ਼ ਰਾਜਦੂਤ ਬਣਾਇਆ ਹੈ। ਬਰਨੇਟ ਨੇ ਟਰੰਪ ਦੇ ਰਿਐਲਿਟੀ ਸ਼ੋਅ ਦ ਅਪ੍ਰੈਂਟਿਸ ਨੂੰ ਬਣਾਇਆ ਸੀ। ਬਰਨੇਟ ਨੂੰ ਟਰੰਪ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਹੈ। ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਲਿਖਿਆ ਕਿ ਟੈਲੀਵਿਜ਼ਨ ਉਤਪਾਦਨ ਅਤੇ ਕਾਰੋਬਾਰ ਵਿੱਚ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਥਾਪਿਤ ਕਰਨ ਵਾਲੇ ਮਾਰਕ ਬਰਨੇਟ ਬ੍ਰਿਟੇਨ ਵਿੱਚ ਵਿਸ਼ੇਸ਼ ਰਾਜਦੂਤ ਵਜੋਂ ਕੂਟਨੀਤਿਕ ਹੁਨਰ ਦਿਖਾਉਣਗੇ। ਉਹ ਰਾਜਦੂਤ ਤੋਂ ਇਲਾਵਾ ਇੱਕ ਵੱਖਰੀ ਭੂਮਿਕਾ ਵਿੱਚ ਕੰਮ ਕਰਨਗੇ। ਨਾਲ ਹੀ ਉਸ ਦੀ ਨਿਯੁਕਤੀ ਲਈ ਅਮਰੀਕੀ ਸੈਨੇਟ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਟਰੰਪ ਨੇ ਕਿਹਾ ਕਿ ਮਾਰਕ ਵਪਾਰ, ਨਿਵੇਸ਼ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਆਦਾਨ ਪ੍ਰਦਾਨ ਦੇ ਨਾਲ ਕੂਟਨੀਤਿਕ ਸਬੰਧਾਂ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰੇਗਾ। ਇਸ ਤੋਂ ਪਹਿਲਾਂ ਟਰੰਪ ਨੇ ਬੈਂਕਰ ਵਾਰੇਨ ਸਟੀਫਨਸ ਨੂੰ ਬ੍ਰਿਟੇਨ 'ਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਸੀ। ਮਾਰਕ ਬਰਨੇਟ ਅਮਰੀਕੀ ਟੀਵੀ ਜਗਤ ਦਾ ਇੱਕ ਵੱਡਾ ਨਾਂ ਹੈ। ਲੰਡਨ ਵਿੱਚ ਜਨਮੇ ਬਰਨੇਟ ਨੇ ਰਿਐਲਿਟੀ ਸ਼ੋਅ ਸਰਵਾਈਵਰ ਬਣਾਇਆ। ਇਸ ਦੇ ਨਾਲ ਹੀ ਉਸਨੇ ਸ਼ਾਰਕ ਟੈਂਕ ਅਤੇ ਦ ਵਾਇਸ ਵਰਗੇ ਸ਼ੋਅ ਵੀ ਕੀਤੇ। ਬਰਨੇਟ ਨੇ 2018 ਤੋਂ 2022 ਤੱਕ MGM ਵਰਲਡ ਵਾਈਡ ਟੀਵੀ ਗਰੁੱਪ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ। 2004 ਵਿੱਚ ਬਰਨੇਟ ਦੁਆਰਾ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਦ ਅਪ੍ਰੈਂਟਿਸ ਬਹੁਤ ਮਸ਼ਹੂਰ ਹੋਇਆ। ਇਸ ਸ਼ੋਅ ਰਾਹੀਂ ਡੋਨਲਡ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਸਾਹਮਣੇ ਆਏ ਸਨ। ਬਰਨੇਟ ਦੇ ਸ਼ੋਅ ਨੇ ਟਰੰਪ ਨੂੰ ਨਵੀਂ ਪਛਾਣ ਦਿੱਤੀ, ਉਹਨਾਂ ਬਾਰੇ ਧਾਰਨਾਵਾਂ ਨੂੰ ਵੀ ਬਦਲ ਦਿੱਤਾ। ਇਸ ਤੋਂ ਪਹਿਲਾਂ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕਿੰਬਰਲੀ ਗਿਲਫੋਇਲ ਨੂੰ ਗ੍ਰੀਸ ਵਿੱਚ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਸੀ। ਗਿਲਫੋਇਲ ਲੰਬੇ ਸਮੇਂ ਤੋਂ ਟਰੰਪ ਦਾ ਸਮਰਥਕ ਰਿਹਾ ਹੈ ਅਤੇ ਉਸਨੇ ਆਪਣੇ ਪੁੱਤਰ ਡੋਨਲਡ ਟਰੰਪ ਜੂਨੀਅਰ ਨਾਲ ਮੰਗਣੀ ਕੀਤੀ ਸੀ। ਟਰੰਪ ਨੇ ਆਪਣੇ ਕਰੀਬੀ ਸਹਿਯੋਗੀ ਅਤੇ ਅਰਬਪਤੀ ਉਦਯੋਗਪਤੀ ਡੇਵਿਡ ਸਾਕਸ ਨੂੰ ਵਾਈਟ ਹਾਊਸ ਦਾ AI ਅਤੇ ਕ੍ਰਿਪਟੋ ਜ਼ਾਰ ਨਿਯੁਕਤ ਕੀਤਾ ਹੈ। ਡੇਵਿਡ ਸਾਕਸ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕ੍ਰਿਪਟੋ ਕਰੰਸੀ ਤੇ ਟਰੰਪ ਸਰਕਾਰ ਨੂੰ ਸਲਾਹ ਦੇਣਗੇ। ਇਸ ਤੋਂ ਇਲਾਵਾ ਸਪੇਸਐਕਸ ਦੇ ਮਾਲਕ ਅਤੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਦੇ ਕਰੀਬੀ ਜੈਰੇਡ ਇਸਾਕਮੈਨ ਨੂੰ ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਦਾ ਮੁਖੀ ਚੁਣਿਆ ਗਿਆ। ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਦੇ CEO ਡੇਵਿਨ ਨੂਨਸ ਨੂੰ ਰਾਸ਼ਟਰਪਤੀ ਦੇ ਖੁਫੀਆ ਸਲਾਹਕਾਰ ਬੋਰਡ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਅਮਰੀਕੀ ਉਦਮੀ ਸ਼੍ਰੀ ਰਾਮ ਕ੍ਰਿਸ਼ਨਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਅਤੇ ਵਾਈਟ ਹਾਊਸ ਦਾ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। ਸ਼੍ਰੀ ਰਾਮ ਕ੍ਰਿਸ਼ਨਨ ਵਾਈਟ ਹਾਊਸ ਆਫਿਸ ਆਫ ਸਾਇੰਸ ਐਂਡ ਟੈਕਨੋਲੋਜੀ ਪਾਲਿਸੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਸੀਨੀਅਰ ਨੀਤੀ ਸਲਾਹਕਾਰ ਵਜੋਂ ਕੰਮ ਕਰਨਗੇ। ਟਰੰਪ ਨੇ ਬੀਤੇ ਦਿਨ ਐਤਵਾਰ ਨੂੰ AI ਤਰੱਕੀ ਤੇ ਕੇਂਦਰਿਤ ਨਿਯੁਕਤੀਆਂ ਦੀ ਇੱਕ ਲੜੀ ਦੇ ਨਾਲ ਕ੍ਰਿਸ਼ਨਨ ਦਾ ਐਲਾਨ ਕੀਤਾ। ਕ੍ਰਿਸ਼ਨਨ ਇੱਕ ਮਸ਼ਹੂਰ ਉੱਦਮ ਪੂੰਜੀਵਾਦੀ ਅਤੇ ਲੇਖਕ ਦੇ ਨਾਲ ਇੱਕ ਪ੍ਰਭਾਵਸ਼ਾਲੀ ਪਿਛੋਕੜ ਵਾਲਾ ਹੈ, ਜਿਸਨੇ ਟਵਿੱਟਰ, ਮਾਈਕਰੋਸਾਫਟ, ਫੇਸਬੁੱਕ, ਯਾਹੂ ਅਤੇ ਸਨੈਪਚੈਟ ਵਰਗੇ ਤਕਨੀਕੀ ਦਿਗਜਾਂ ਦੇ ਨਾਲ ਕੰਮ ਕੀਤਾ ਹੈ। ਸ਼੍ਰੀ ਰਾਮ AI ਵਿੱਚ ਲਗਾਤਾਰ ਅਮਰੀਕੀ ਲੀਡਰਸ਼ਿਪ ਨੂੰ ਯਕੀਨੀ ਬਣਾਉਣ ਅਤੇ ਵਿਗਿਆਨ ਅਤੇ ਟੈਕਨੋਲੋਜੀ ਤੇ ਰਾਸ਼ਟਰਪਤੀ ਦੇ ਸਲਾਹਕਾਰ ਦੀ ਕੌਂਸਲ ਦੇ ਨਾਲ ਕੰਮ ਕਰਨ ਸਮੇਤ ਸਰਕਾਰ ਵਿੱਚ AI ਨੀਤੀ ਨੂੰ ਆਕਾਰ ਦੇਣ ਅਤੇ ਤਾਲਮੇਲ ਕਰਨ ਵਿੱਚ ਮਦਦ ਕਰਨ ਤੇ ਧਿਆਨ ਕੇਂਦਰਿਤ ਕਰੇਗਾ। ਸ਼੍ਰੀ ਰਾਮ ਨੇ ਇੱਕ ਸੰਸਥਾਪਕ ਮੈਂਬਰ ਵਜੋਂ ਮਾਈਕਰੋਸਾਫਟ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਸ ਦੀ ਘੋਸ਼ਣਾ ਦੇ ਬਾਅਦ ਕ੍ਰਿਸ਼ਨਨ ਨੇ X ਤੇ ਆਪਣਾ ਧੰਨਵਾਦ ਵੀ ਪ੍ਰਗਟ ਕੀਤਾ ਅਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਦੇਸ਼ ਦੀ ਸੇਵਾ ਕਰਨ ਦੇ ਯੋਗ ਹੋਣ ਅਤੇ ਡੇਵਿਡ ਸਾਕਸ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ AI ਵਿੱਚ ਨਿਰੰਤਰ ਅਮਰੀਕੀ ਲੀਡਰਸ਼ਿਪ ਨੂੰ ਯਕੀਨੀ ਬਣਾਉਣ ਲਈ ਮਾਣ ਮਹਿਸੂਸ ਕਰ ਰਿਹਾ।
ਕ੍ਰਿਸ਼ਨਨ ਦੀ ਨਿਯੁਕਤੀ ਦੀ ਭਾਰਤੀ ਅਮਰੀਕੀ ਭਾਈਚਾਰੇ ਦੁਆਰਾ ਵਿਆਪਕ ਤੌਰ ਤੇ ਸ਼ਲਾਘਾ ਕੀਤੀ ਗਈ। ਚੇਨਈ, ਭਾਰਤ ਵਿੱਚ ਜਨਮੇ ਕ੍ਰਿਸ਼ਨਨ ਆਪਣੇ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਚਲੇ ਗਏ। ਇੱਕ ਤਜਰਬੇਕਾਰ ਤਕਨੀਕੀ ਨੇਤਾ ਹੋਣ ਤੋਂ ਇਲਾਵਾ ਉਹ ਇੱਕ ਉੱਦਮ ਪੂੰਜੀਵਾਦੀ ਪੋਡਕਾਸਟਰ ਅਤੇ ਲੇਖਕ ਵੀ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੂੰਹ ਲਾਰਾ ਟਰੰਪ ਨੇ ਕਿਹਾ ਹੈ ਕਿ ਉਹ ਫਲੋਰੀਡਾ ਸੈਨੇਟਰ ਬਣਨ ਦੀ ਦੌੜ ਤੋਂ ਖੁਦ ਨੂੰ ਪਿੱਛੇ ਕਰ ਰਹੀ ਹੈ। ਉਸ ਦੇ ਐਲਾਨ ਦੇ ਨਾਲ ਇਹ ਅਟਕਲਾਂ ਬੰਦ ਹੋ ਗਈਆਂ ਕਿ ਉਹ ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਦੀ ਥਾਂ ਲੈ ਸਕਦੀ ਹੈ। ਲਾਰਾ ਨੇ ਕਿਹਾ ਕਿ ਕਈ ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਹ ਆਪਣਾ ਨਾਂ ਵਿਚਾਰ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜਨਵਰੀ 'ਚ ਵੱਡਾ ਐਲਾਨ ਕਰਨ ਦਾ ਵਾਅਦਾ ਵੀ ਕੀਤਾ। ਇਹ ਘੋਸ਼ਣਾ ਟਰੰਪ ਵੱਲੋਂ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਸਹਿ ਪ੍ਰਧਾਨ ਵਜੋਂ ਅਸਤੀਫਾ ਦੇਣ ਦੀ ਘੋਸ਼ਣਾ ਦੇ ਕੁਝ ਹਫ਼ਤਿਆਂ ਬਾਅਦ ਆਈ ਹੈ, ਜਿਸ ਨਾਲ ਇਹ ਸਵਾਲ ਉੱਠ ਕੇ ਕਿ ਕੀ ਉਹ ਸੈਨੇਟ ਦੀ ਸੀਟ ਲਈ ਚੋਣ ਲੜੇਗੀ ਜਾਂ ਨਹੀਂ। ਜੇਕਰ ਰੂਬੀਓ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਰਿਪਬਲਿਕਨ ਫਲੋਰੀਡਾ ਦੇ ਗਵਰਨਰ ਰੋਨ ਡੀਸੈਂਟਿਸ ਦੁਆਰਾ ਬਦਲਿਆ ਜਾਵੇਗਾ, ਜੋ 2026 ਵਿੱਚ ਅਗਲੀ ਨਿਯਮਿਤ ਤੌਰ ਤੇ ਨਿਰਧਾਰਤ ਚੋਣ ਤੱਕ 2 ਸਾਲਾਂ ਦੀ ਮਿਆਦ ਦੀ ਸੇਵਾ ਕਰੇਗਾ। ਲਾਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ, ਬਹੁਤ ਸਾਰੇ ਲੋਕਾਂ ਦੇ ਸ਼ਾਨਦਾਰ ਵਿਚਾਰ, ਪ੍ਰਤੀਬਿੰਬ ਅਤੇ ਉਤਸ਼ਾਹ ਤੋਂ ਬਾਅਦ ਉਹਨਾਂ ਨੇ ਸੰਯੁਕਤ ਰਾਜ ਸੈਨੇਟ ਲਈ ਵਿਚਾਰ ਤੋਂ ਆਪਣਾ ਨਾਮ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਅੱਗੇ ਲਿਖਿਆ ਕਿ ਸਾਡੇ ਜੀਵਨ ਕਾਲ ਦੀਆਂ ਸਭ ਤੋਂ ਮਹੱਤਵਪੂਰਨ ਚੋਣਾਂ ਦੌਰਾਨ RNC ਦੀ ਸਹਿ ਚੇਅਰਮੈਨ ਵਜੋਂ ਸੇਵਾ ਕਰਨ ਲਈ ਉਹ ਇਸ ਤੋਂ ਵੱਧ ਸਨਮਾਨਿਤ ਨਹੀਂ ਹੋ ਸਕਦੀ ਅਤੇ ਉਹ ਆਪਣੇ ਦੇਸ਼ ਅਤੇ ਇੱਥੇ ਦੇ ਮਹਾਨ ਰਾਜ ਵਿੱਚ ਲੋਕਾਂ ਦੁਆਰਾ ਉਸ ਨੂੰ ਦਿਖਾਏ ਸਮਰਥਨ ਲਈ ਧੰਨਵਾਦੀ ਹੈ। ਫਲੋਰੀਡਾ ਅਵਿਸ਼ਵਾਸਯੋਗ ਸਮਰਥਨ ਦੁਆਰਾ ਹਾਵੀ ਹੋ ਗਿਆ। ਉਹਨਾਂ ਨੇ ਕਿਹਾ ਕਿ ਤੁਹਾਡੇ ਬਹੁਤ ਸਾਰੇ ਸੁਨੇਹੇ ਪੜੇ ਹਨ ਅਤੇ ਮੈਂ ਤੁਹਾਡੇ ਧੰਨਵਾਦ ਨਹੀਂ ਕਰ ਸਕਦੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਨਾਮਾ ਨਹਿਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਸੀ ਕਿ ਪਨਾਮਾ 'ਚੋਂ ਲੰਘਣ ਵਾਲੇ ਅਮਰੀਕੀ ਜਹਾਜ਼ਾਂ ਤੋਂ ਨਾਜਾਇਜ਼ ਫੀਸ ਵਸੂਲੀ ਜਾ ਰਹੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਅਮਰੀਕਾ ਨੂੰ ਹੁਣ ਕੰਟਰੋਲ ਵਾਪਸ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ। ਪਰ ਟਰੰਪ ਨੇ ਇਸ ਬਿਆਨ ਤੋਂ ਬਾਅਦ ਹੁਣ ਪਨਾਮਾ ਦੇ ਰਾਸ਼ਟਰਪਤੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਨੇ ਟਰੰਪ ਦੀ ਟਿੱਪਣੀ ਨੂੰ ਰੱਦ ਕਰਦਿਆਂ ਕਿਹਾ ਕਿ ਪਨਾਮਾ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲੀ ਜਾਣ ਵਾਲੀ ਫੀਸ ਮਾਹਰਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਮਲੀਨੋ ਨੇ ਕਿਹਾ ਕਿ ਨਹਿਰ ਦਾ ਹਰ ਹਿੱਸਾ ਪਨਾਮਾ ਦਾ ਹੈ ਅਤੇ ਇਹ ਸਾਡਾ ਹੀ ਰਹੇਗਾ। ਟਰੰਪ ਨੇ ਕਿਹਾ ਸੀ ਕਿ ਸਾਡੀ ਜਲ ਸੈਨਾ ਅਤੇ ਕਾਰੋਬਾਰੀਆਂ ਨਾਲ ਬਹੁਤ ਗਲਤ ਵਿਵਹਾਰ ਕੀਤਾ ਗਿਆ ਹੈ। ਪਨਾਮਾ ਦੁਆਰਾ ਵਸੂਲੀ ਗਈ ਫੀਸ ਹਾਸੋਹੀਣੀ ਹੈ। ਅਜਿਹੀਆਂ ਚੀਜ਼ਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਜੇਕਰ ਪਨਾਮਾ ਨਹਿਰ ਨੂੰ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਤਰੀਕੇ ਨਾਲ ਨਹੀਂ ਚਲਾਇਆ ਜਾਂਦਾ ਤਾਂ ਅਸੀਂ ਮੰਗ ਕਰਾਂਗੇ ਕਿ ਪਨਾਮਾ ਨਹਿਰ ਸਾਨੂੰ ਪੂਰੀ ਤਰ੍ਹਾਂ ਵਾਪਸ ਦਿੱਤੀ ਜਾਵੇ। ਟਰੰਪ ਨੇ ਕਿਹਾ ਕਿ ਜੇਕਰ ਨੈਤਿਕ ਅਤੇ ਕਾਨੂੰਨੀ ਦੋਵਾਂ ਸਿਧਾਂਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਅਸੀਂ ਪਨਾਮਾ ਨਹਿਰ ਨੂੰ ਜਲਦੀ ਤੋਂ ਜਲਦੀ ਅਮਰੀਕਾ ਨੂੰ ਵਾਪਸ ਕਰਨ ਦੀ ਮੰਗ ਕਰਾਂਗੇ। ਪਨਾਮਾ ਨਹਿਰ ਦੁਨੀਆ ਭਰ ਦੀ ਭੂ ਰਾਜਨੀਤੀ ਵਿੱਚ ਬਹੁਤ ਮਹੱਤਵ ਰੱਖਦੀ ਹੈ। ਇਹ 82 ਕਿਲੋਮੀਟਰ ਲੰਬੀ ਨਹਿਰ ਅਟਲਾਂਟਿਕ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਨੂੰ ਜੋੜਦੀ ਹੈ। ਕਿਹਾ ਜਾਂਦਾ ਹੈ ਕਿ ਦੁਨੀਆ ਦਾ 6% ਸਮੁੰਦਰੀ ਵਪਾਰ ਇਸ ਨਹਿਰ ਰਾਹੀਂ ਹੁੰਦਾ ਹੈ। ਇਹ ਨਹਿਰ ਅਮਰੀਕਾ ਲਈ ਬਹੁਤ ਮਹੱਤਵ ਰੱਖਦੀ ਹੈ। ਅਮਰੀਕਾ ਦਾ 14% ਵਪਾਰ ਪਨਾਮਾ ਨਹਿਰ ਰਾਹੀਂ ਹੁੰਦਾ ਹੈ। ਅਮਰੀਕਾ ਦੇ ਨਾਲ-ਨਾਲ ਦੱਖਣੀ ਅਮਰੀਕੀ ਦੇਸ਼ਾਂ ਦੀ ਵੱਡੀ ਗਿਣਤੀ ਵਿੱਚ ਦਰਾਮਦ ਅਤੇ ਨਿਰਯਾਤ ਵੀ ਪਨਾਮਾ ਨਹਿਰ ਰਾਹੀਂ ਹੁੰਦੇ ਹਨ। ਜੇਕਰ ਮਾਲ ਏਸ਼ੀਆ ਤੋਂ ਕੈਰੀਬੀਅਨ ਦੇਸ਼ ਵਿੱਚ ਭੇਜਣਾ ਹੋਵੇ ਤਾਂ ਜਹਾਜ਼ ਪਨਾਮਾ ਨਹਿਰ ਵਿੱਚੋਂ ਲੰਘਦਾ ਹੈ। ਜੇਕਰ ਪਨਾਮਾ ਨਹਿਰ ਤੇ ਕਬਜ਼ਾ ਹੋ ਜਾਂਦਾ ਹੈ ਤਾਂ ਦੁਨੀਆ ਦੀ ਸਪਲਾਈ ਚੇਨ ਦੇ ਵਿਘਨ ਪੈਣ ਦਾ ਖਤਰਾ ਹੈ। ਦੱਸਣਯੋਗ ਹੈ ਕਿ ਪਨਾਮਾ ਨਹਿਰ ਦਾ ਨਿਰਮਾਣ ਫਰਾਂਸ ਨੇ ਸਾਲ 1881 ਚ ਸ਼ੁਰੂ ਕੀਤਾ ਸੀ, ਪਰ 1904 ਚ ਇਸ ਨਹਿਰ ਨੂੰ ਬਣਾਉਣ ਦੀ ਜ਼ਿੰਮੇਵਾਰੀ ਅਮਰੀਕਾ ਨੇ ਲਈ ਸੀ ਅਤੇ 1914 ਚ ਇਸ ਨਹਿਰ ਦਾ ਨਿਰਮਾਣ ਅਮਰੀਕਾ ਨੇ ਪੂਰਾ ਕੀਤਾ ਸੀ। ਇਸ ਤੋਂ ਬਾਅਦ ਪਨਾਮਾ ਨਹਿਰ ਤੇ ਅਮਰੀਕਾ ਦਾ ਕੰਟਰੋਲ ਸੀ, ਪਰ ਸਾਲ 1999 ਚ ਅਮਰੀਕਾ ਨੇ ਪਨਾਮਾ ਨਹਿਰ ਦਾ ਕੰਟਰੋਲ ਪਨਾਮਾ ਸਰਕਾਰ ਨੂੰ ਸੌਂਪ ਦਿੱਤਾ। ਇਹ ਹੁਣ ਪਨਾਮਾ ਨਹਿਰ ਅਥਾਰਟੀ ਦੁਆਰਾ ਪ੍ਰਬੰਧਿਤ ਹੈ। ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਆਪਣੇ ਨਾਸਾ ਸਾਥੀ ਵਿਲਮੋਰ ਬੁਸ਼ ਨਾਲ ਕਈ ਮਹੀਨਿਆਂ ਤੋਂ ਪੁਲਾੜ ਵਿੱਚ ਫਸੀ ਹੋਈ ਹੈ। ਸੁਨੀਤਾ ਨੂੰ ਵਾਪਸ ਲਿਆਉਣ ਲਈ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਉਸ ਦੀ ਵਾਪਸੀ ਦਾ ਸਮਾਂ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਸੁਨੀਤਾ ਵਿਲੀਅਮਸ ਦੀ ਵਾਪਸੀ ਮਾਰਚ ਦੇ ਅਖੀਰ ਜਾਂ ਅਪ੍ਰੈਲ ਵਿੱਚ ਹੋ ਸਕਦੀ ਹੈ। ਇਸ ਦੌਰਾਨ ਸੁਨੀਤਾ ਦੀ ਇੱਕ ਨਵੀਂ ਤਸਵੀਰ ਨੇ ਲੋਕਾਂ ਦੇ ਮਨਾਂ ਵਿੱਚ ਉਸ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕਈ ਲੋਕਾਂ ਨੇ ਕਿਹਾ ਹੈ ਕਿ ਸੁਨੀਤਾ ਨੂੰ ਜਲਦੀ ਧਰਤੀ ਤੇ ਵਾਪਸ ਲਿਆਂਦਾ ਜਾਵੇ। ਦਰਅਸਲ ਨਾਸਾ ਨੇ ਸੁਨੀਤਾ ਵਿਲੀਅਮਸ ਦੀ ਫੋਟੋ ਸ਼ੇਅਰ ਕੀਤੀ ਹੈ।
ਇਸ ਤਸਵੀਰ 'ਚ ਸੁਨੀਤਾ ਕ੍ਰਿਸਮਸ ਦੇ ਰੰਗਾਂ 'ਚ ਸਜੀ ਨਜ਼ਰ ਆ ਰਹੀ ਹੈ। सांता क्लॉज ਦੀ ਲਾਲ ਟੋਪੀ ਪਹਿਨ ਕੇ ਉਹ ਆਪਣੇ ਸਾਥੀ ਨਾਸਾ ਪੁਲਾੜ ਯਾਤਰੀ ਡੌਨ ਪੈਟਿਟ ਨਾਲ ਫੋਟੋ ਖਿਚਵਾ ਰਹੀ ਹੈ। ਇਸ ਦੇ ਨਾਲ ਹੀ ਸੁਨੀਤਾ ਨੇ ਲਾਲ ਰੰਗ ਦੀ ਟੀ-ਸ਼ਰਟ ਵੀ ਪਾਈ ਹੋਈ ਹੈ। ਸੁਨੀਤਾ ਅਤੇ ਪੀਟ ਸਪੇਸ ਸਟੇਸ਼ਨ ਦੇ ਨਾਸਾ ਦੇ ਕੋਲੰਬਸ ਲੈਬੋਰੇਟਰੀ ਮੋਡਿਊਲ ਦੇ ਹੈਮ ਰੇਡੀਓ ਤੇ ਬੋਲਦੇ ਹੋਏ ਇੱਕ ਫੋਟੋ ਲਈ ਪੋਜ਼ ਦਿੰਦੇ ਹਨ। ਨਾਸਾ ਦੀ ਫੋਟੋ ਦੇਖ ਕੇ ਲੋਕਾਂ ਨੇ ਚਿੰਤਾ ਜਤਾਈ। ਲੋਕਾਂ ਨੇ ਸੁਨੀਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ। ਇੱਕ ਸਾਬਕਾ ਯੂਜ਼ਰ ਨੇ ਲਿਖਿਆ ਕਿ ਫੋਟੋ 'ਚ ਸੁਨੀਤਾ ਕਾਫੀ ਕਮਜ਼ੋਰ ਅਤੇ ਪਤਲੀ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਲਦੀ ਵਾਪਸ ਲਿਆਂਦਾ ਜਾਵੇ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਸੁਨੀਤਾ ਦੀ ਹਾਲਤ ਠੀਕ ਨਹੀਂ ਲੱਗ ਰਹੀ ਹੈ, ਉਸ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ 'ਚ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਦਿੱਤੀ ਬਾਹਰੀ ਹਮਾਇਤ ਵਾਪਸ ਲੈਣ ਅਤੇ ਉਸ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੇ ਐਲਾਨ ਤੋਂ ਬਾਅਦ ਲਿਬਰਲ ਸੰਸਦ ਮੈਂਬਰਾਂ ਵੱਲੋਂ ਵੀ ਟਰੂਡੋ ਦੇ ਅਸਤੀਫਾ ਦੇਣ ਦਾ ਦਬਾਅ ਪਾਇਆ ਜਾਣ ਲੱਗਾ ਹੈ। बेशक इस संबंधी सूची जनतक नहीं की गई, पर सूत्रों अनुसार 152 लिबरल संसद मैंबरों चो हुण तक इस संबंधी मंग पत्र ते 45 संसद मैंबरों ने सही पा दी है, यानी कि उसनू सहयोग दे दिता है। समझा जा रहा है कि ट्रूडो नाल तोड़ विछोड़ दा सख्त स्टैंड लैके जगमीत सिंह ने जिथे देश विच मध्यकाली चोणां दी संभावना वधा दिती है, उस दे नाल ही पार्टी विचली अपनी डावाडोल स्थिति भी मजबूत कर ली है। जगमीत सिंह ਵੱਲੋਂ हाउस ऑफ कॉमन्स ਦੇ ਸਰਦ ਰੁੱਤ ਇਜਲਾਸ ਦੇ ਆਖਰੀ ਦਿਨ ਸਰਕਾਰ ਦੀ ਵਿਰੋਧਤਾ ਕਰਨ ਤੇ ਸਵਾਲ ਉੱਠ ਰਹੇ ਹਨ। ਬਸੰਤ ਰੁੱਤ ਦਾ ਸੈਸ਼ਨ 27 ਜਨਵਰੀ ਤੋਂ ਬਾਅਦ ਸੱਦਿਆ ਜਾ ਸਕਦਾ ਹੈ। ਸਿਆਸੀ ਮਾਹਰਾਂ ਅਨੁਸਾਰ ਗਵਰਨਰ ਜਨਰਲ ਬੀਬੀ ਮੈਰੀ ਸਾਈਮਨ ਦੀ ਨਿਯੁਕਤੀ ਜਸਟਿਨ ਟਰੂਡੋ ਦੀ ਪਸੰਦ ਸੀ ਤੇ ਸਪੀਕਰ ਨੂੰ ਵੀ ਉਹਨਾਂ ਦੇ ਨੇੜਲੀਆਂ ਚੋਂ ਸਮਝਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਦੋਹਾਂ ਵੱਲੋਂ ਸੰਵਿਧਾਨਕ ਫੈਸਲੇ ਮੌਕੇ ਕੋਈ ਉਲਾਰ ਤਾਂ ਨਹੀਂ ਵਿਖਾਇਆ ਜਾਂਦਾ। ਕੈਨੇਡਾ ਦੀ ਸਿਆਸੀ ਅਸਥਿਰਤਾ ਦਾ ਅਸਰ ਇਸ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬੀਤੇ 4 ਦਿਨਾਂ 'ਚ ਕੈਨੇਡੀਅਨ ਡਾਲਰ ਦੀ ਕੌਮਾਂਤਰੀ ਕੀਮਤ 3.5% ਹੇਠਾਂ ਡਿੱਗ ਕੇ ਭਾਰਤੀ ਕਰੰਸੀ ਅਨੁਸਾਰ 61.5 ਤੋਂ 49 ਰੁਪਏ ਰਹਿ ਗਈ ਹੈ। ਇਸ ਨੇ ਵਿੱਤੀ ਸੰਸਥਾਵਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। 2 ਹਫ਼ਤਿਆਂ ਦੀਆਂ ਕ੍ਰਿਸਮਸ ਛੁੱਟੀਆਂ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣਗੇ। ਅਮਰੀਕਾ ਵੱਲੋਂ ਤਾਈਵਾਨ ਨੂੰ ਫੌਜੀ ਵਿਕਰੀ ਅਤੇ ਸਹਾਇਤਾ ਬਾਰੇ ਨਵੇਂ ਐਲਾਨ ਕੀਤੇ ਜਾਣ ਤੋਂ ਬਾਅਦ ਚੀਨੀ ਸਰਕਾਰ ਨੇ ਵਿਰੋਧ ਜਤਾਇਆ ਕਿ ਅਤੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅੱਗ ਨਾਲ ਖੇਡ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਤਾਈਵਾਨ ਲਈ ਰੱਖਿਆ ਉਪਕਰਨਾਂ ਤੇ ਸੇਵਾਵਾਂ ਤੇ ਫੌਜੀ ਸਿੱਖਿਆ ਤੇ ਸਿਖਲਾਈ ਲਈ $571 ਮਿਲੀਅਨ ਤੱਕ ਦੇ ਪ੍ਰਬੰਧ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ ਕਿਹਾ ਕਿ ਫੌਜੀ ਵਿਕਰੀ ਲਈ $295 ਮਿਲੀਅਨ ਅਮਰੀਕੀ ਡਾਲਰ ਮਨਜ਼ੂਰ ਕੀਤੇ ਗਏ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਵਿੱਚ ਅਮਰੀਕਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤਾਈਵਾਨ ਨੂੰ ਹਥਿਆਰਬੰਦ ਕਰਨਾ ਬੰਦ ਕਰੇ ਤੇ ਖਤਰਨਾਕ ਉਪਾਵਾਂ ਜੋ ਤਾਈਵਾਨ ਜਲਡਮਰੂ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਕਮਜ਼ੋਰ ਕਰਨ ਨੂੰ ਰੋਕੇ। ਤਾਈਵਾਨ ਇੱਕ ਲੋਕਤੰਤਰੀ ਟਾਪੂ ਹੈ ਜਿਸ ਉਤੇ ਚੀਨੀ ਸਰਕਾਰ ਦਾਅਵਾ ਕਰਦੀ ਹੈ। ਅਮਰੀਕੀ ਫੌਜੀ ਵਿਕਰੀ ਤੇ ਸਹਾਇਤਾ ਤਾਈਵਾਨ ਨੂੰ ਆਪਣੇ ਬਚਾਅ ਵਿੱਚ ਮਦਦ ਕਰਨ ਅਤੇ ਚੀਨ ਨੂੰ ਹਮਲਾ ਕਰਨ ਤੋਂ ਰੋਕਣ ਲਈ ਹੈ। ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਸਕਾਈ ਲਿਫਟ ਵਿੱਚ ਦਰਾਰ ਪੈਣ ਕਾਰਨ ਉਸ ਵਿੱਚ ਫਸੇ 174 ਲੋਕਾਂ ਨੂੰ ਬਚਾਇਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸਕਾਈ ਲਿਫਟ ਵਿੱਚ ਦਰਾਰ ਕਿਵੇਂ ਆਈ। ਬਰਫ਼ਬਾਰੀ ਦਾ ਆਨੰਦ ਲੈਣ ਲਈ ਸਕੀਇੰਗ ਲਈ ਜਾਂਦੇ ਸਮੇਂ ਇੱਕ ਘਟਨਾ ਵਾਪਰੀ। ਡੈਨਵਰ ਤੋਂ ਲਗਭਗ 113 ਕਿਲੋਮੀਟਰ ਪੱਛਮ ਦੇ ਵਿੱਚ ਸਥਿਤ ਵਿੰਟਰ ਪਾਰਕ ਰਿਜ਼ੋਰਟ ਦੀ ਮਹਿਲਾ ਬੁਲਾਰਾ ਜੇਨ ਮਿਲਰ ਨੇ ਕਿਹਾ ਕਿ ਸ਼ਨੀਵਾਰ ਨੂੰ ਦੁਪਹਿਰ ਤੋਂ ਬਾਅਦ ਰਿਜ਼ੋਰਟ ਦੀ ਲਿਫਟ ਆਪਣੇ ਆਪ ਬੰਦ ਹੋ ਗਈ। ਲਿਫਟ ਦੇ ਹਿੱਸੇ ਵਿੱਚ ਇੱਕ ਦਰਾਰ ਪਤਾ ਲੱਗੀ ਸੀ। ਉਹਨਾਂ ਨੇ ਦੱਸਿਆ ਕਿ ਕਰੀਬ 5 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਿਫਟ ਵਿੱਚ ਬੈਠੇ ਲੋਕਾਂ ਨੂੰ ਰੱਸੀਆਂ ਦੀ ਮਦਦ ਨਾਲ ਹੇਠਾਂ ਉਤਾਰਿਆ ਗਿਆ। ਉਹਨਾਂ ਨੇ ਕਿਹਾ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਮਿਲਰ ਨੇ ਕਿਹਾ ਕਿ ਲਿਫਟ ਜਿਸ ਹਿੱਸੇ ਵਿੱਚ ਦਰਾਰ ਆਈ ਹੈ ਉਸ ਨੂੰ ਕਰਮਚਾਰੀ ਬਦਲ ਰਹੇ ਹਨ। ਆਸਟ੍ਰੇਲੀਆ ਪੁਲਿਸ ਨੇ ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਮੌਕੇ ਦੇਸ਼ ਵਿੱਚ ਸਖਤੀ ਕਰ ਦਿੱਤੀ ਹੈ। ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਹੁਣ ਤੱਕ ਸੈਂਕੜੇ ਤੋਂ ਵੱਧ ਵਿਅਕਤੀ ਗ੍ਰਿਫਤਾਰ ਕੀਤੇ ਹਨ, ਜਿਨ੍ਹਾਂ ਚੋਂ ਕਈ ਪੰਜਾਬੀ ਵੀ ਹਨ। ਇਸੇ ਤਰ੍ਹਾਂ ਪੁਲਿਸ ਦੀ ਵੈਬਸਾਈਟ ਤੇ ਕਤਲ ਅਤੇ ਹੋਰ ਮਾਮਲਿਆਂ 'ਚ ਲੋੜੀਂਦੇ ਮੁਲਜ਼ਮਾਂ ਦੀ ਸੂਚੀ ਵਿੱਚ ਸਿਖਰਲਾ ਸਥਾਨ ਭਾਰਤੀ ਮੂਲ ਦੇ ਵਿਅਕਤੀ ਦਾ ਹੈ। ਉਸ ਦੇ ਸਿਰ $1 ਲੱਖ ਦਾ ਇਨਾਮ ਹੈ। ਨਿਊ ਸਾਊਥ ਵੈਲਸ ਪੁਲਿਸ ਦੇ ਸਹਾਇਕ ਕਮਿਸ਼ਨਰ ਮਾਈਕਲ ਫਿਟਜ਼ਗੇਰਾਲਡ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਰੋਕਣ ਲਈ ਛਾਪੇ ਮਾਰੇ ਜਾ ਰਹੇ ਹਨ।
ਅਮਰੀਕੀ ਫੌਜ ਨੇ ਹਾਊਤੀ ਦੀ ਸ਼ਮੂਲੀਅਤ ਦੇ ਸ਼ੱਕ ਵਿੱਚ ਲਾਲ ਸਾਗਰ ਵਿੱਚ ਆਪਣੇ ਹੀ ਲੜਾਕੂ ਜਹਾਜ਼ FA-18 ਨੂੰ ਮਾਰ ਗਿਰਾਇਆ। ਇਸ ਘਟਨਾ 'ਚ ਦੋਵੇਂ ਪਾਇਲਟ ਵਾਲ-ਵਾਲ ਬਚ ਗਏ, ਹਾਲਾਂਕਿ ਇੱਕ ਨੂੰ ਸੱਟਾਂ ਲੱਗੀਆਂ ਹਨ। ਜਹਾਜ਼ ਨੇ USS ਹੈਰੀ ਐਸ ਟਰੂਮੈਨ 에ਅਰਕ੍ਰਾਫਟ ਕੈਰੀਅਰ ਤੋਂ ਉਡਾਨ ਭਰੀ। ਗਾਈਡਡ ਮਿਜ਼ਾਈਲ ਕਰੂਜ਼ਰ USS ਗੈਟਿਸਬਰਗ ਨੇ ਗਲਤੀ ਨਾਲ ਜੈਟ ਤੇ ਗੋਲੀਬਾਰੀ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਹਾਊਤੀ ਵਿਰੋਧੀ ਕਾਰਵਾਈਆਂ ਦੌਰਾਨ ਅਮਲੇ ਦੇ ਨਾਲ ਇੱਕ ਅਮਰੀਕੀ ਜਹਾਜ਼ ਨੂੰ ਮਾਰ ਸੁੱਟਿਆ। ਅਮਰੀਕੀ ਫੌਜ ਨੇ ਕਿਹਾ ਕਿ ਹਮਲੇ ਹਾਊਤੀ ਵਿਦਰੋਹੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਹਾਲਾਂਕਿ ਫੌਜ ਦੀ ਕੇਂਦਰੀ ਕਮਾਂਡ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦਾ ਮਿਸ਼ਨ ਕੀ ਸੀ। ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਗਾਈਡਡ ਮਿਜ਼ਾਈਲ ਕਰੂਜ਼ਰ USS ਗੈਟਿਸਬਰਗ USS ਹੈਰੀ ਐਸ ਟਰੂਮੈਨ ਕੈਰੀਅਰ ਸਟ੍ਰਾਈਕ ਗਰੁੱਪ ਦਾ ਹਿੱਸਾ ਹੈ। ਇਹ ਗੋਲੀਬਾਰੀ ਗਲਤੀ ਨਾਲ ਕੀਤੀ ਗਈ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਗੈਟਿਸਬਰਗ ਕਿਵੇਂ ਗਲਤੀ ਨਾਲ FA-18 ਨੂੰ ਦੁਸ਼ਮਣ ਦਾ ਜਹਾਜ਼ ਜਾਂ ਮਿਸਾਈਲ ਸਮਝ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਸਮੂਹ ਦੇ ਜਹਾਜ਼ ਰਡਾਰ ਅਤੇ ਰੇਡੀਓ ਸੰਚਾਰ ਦੋਵਾਂ ਨਾਲ ਜੁੜੇ ਰਹਿੰਦੇ ਹਨ। ਨਾਈਜੀਰੀਆ ਵਿੱਚ ਕ੍ਰਿਸਮਸ ਦੇ 2 ਸਮਾਗਮਾਂ ਵਿੱਚ ਦਾਨ ਅਤੇ ਖਾਣ ਪੀਣ ਦੀਆਂ ਵਸਤੂਆਂ ਦੀ ਵੰਡ ਦੌਰਾਨ ਭਾਜੜ ਮਚ ਗਈ। ਉਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਖਾਣ ਪੀਣ ਦਾ ਸਮਾਨ ਲੈਣ ਦੇ ਲਈ ਅਚਾਨਕ ਭਾਰੀ ਭੀੜ ਇਕੱਠੀ ਹੋ ਗਈ ਅਤੇ ਭਾਜੜ ਕਾਰਨ ਕਈ ਲੋਕ ਹੇਠਾਂ ਡਿੱਗ ਗਏ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਪਹਿਲੀ ਘਟਨਾ ਦੱਖਣ ਪੂਰਬੀ ਅਨਾਂਬਰਾ ਰਾਜ ਦੇ ਓਕੀਜਾ ਸ਼ਹਿਰ ਵਿੱਚ ਵਾਪਰੀ, ਜਿੱਥੇ 22 ਲੋਕਾਂ ਦੀ ਮੌਤ ਹੋ ਗਈ। ਕ੍ਰਿਸਮਸ ਦੇ ਮੌਕੇ ਓਕੀਜਾ 'ਚ ਇੱਕ ਪਰਉਪਕਾਰੀ ਵਿਅਕਤੀ ਨੇ ਭੋਜਨ ਵੰਡਣ ਦਾ ਆਯੋਜਨ ਕੀਤਾ ਸੀ। ਇਸੇ ਦੌਰਾਨ ਭੀੜ ਭਾਜੜ ਮਚ ਗਈ। ਇਸ ਤੋਂ ਇਲਾਵਾ ਰਾਜਧਾਨੀ ਅਬੂਜਾ ਦੇ ਇੱਕ ਚਰਚ ਨੇ ਭੋਜਨ ਅਤੇ ਕੱਪੜੇ ਵੰਡਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਭਾਜੜ ਕਾਰਨ ਵਾਪਰੇ ਹਾਦਸੇ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਦੱਖਣੀ ਬ੍ਰਾਜ਼ੀਲ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੇ ਸ਼ਹਿਰ ਗ੍ਰਾਮਾਡੋ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਕਈ ਯਾਤਰੀ ਸਵਾਰ ਸਨ। ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਹਾਜ਼ 'ਚ ਸਫ਼ਰ ਕਰ ਰਹੇ 10 ਲੋਕਾਂ ਦੀ ਮੌਤ ਹੋ ਗਈ ਹੈ। ਰੀਓ ਗ੍ਰਾਂਡੇ ਡੋ ਮੁਲ ਦੇ ਸੂਬੇ ਦੇ ਜਨਤਕ ਸੁਰੱਖਿਆ ਦਫ਼ਤਰ ਦੇ ਅਨੁਸਾਰ ਘੱਟੋ-ਘੱਟ 15 ਲੋਕਾਂ ਨੂੰ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਦਸੇ ਵਿੱਚ ਲੱਗੀ ਅੱਗ ਕਾਰਨ ਪੀੜਤ ਸਨ। ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਪਹਿਲਾਂ ਇੱਕ ਇਮਾਰਤ 'ਚ ਚਿਮਨੀ ਅਤੇ ਫਿਰ ਇੱਕ ਘਰ ਦੀ ਦੂਜੀ ਮੰਜ਼ਲ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇਸ ਦੇ ਫਰਨੀਚਰ ਦੀ ਦੁਕਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ ਨੇੜੇ ਦੀ ਇੱਕ ਸਰਾਏ ਤੱਕ ਵੀ ਪਹੁੰਚ ਗਿਆ। ਸ਼ਹਿਰ ਦੇ ਗਵਰਨਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਇੱਕ ਪੋਸਟ ਵਿੱਚ ਕਿਹਾ ਕਿ ਬਦਕਿਸਮਤੀ ਨਾਲ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਵਿੱਚ ਸਵਾਰ ਲੋਕ ਨਹੀਂ ਬਚੇ। ਬ੍ਰਾਜ਼ੀਲ ਵਿੱਚ 2 ਦਿਨਾਂ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬ੍ਰਾਜ਼ੀਲ ਦੇ ਮਿਨਾਸ ਗੈਰੇਸ ਸੂਬੇ ਵਿੱਚ ਇੱਕ ਸੜਕ ਹਾਦਸੇ 'ਚ 38 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 13 ਲੋਕ ਜ਼ਖਮੀ ਵੀ ਹੋਏ ਸਨ। ਬੱਸ ਸਾਓ ਪਾਉਲੋ ਤੋਂ ਰਵਾਨਾ ਹੋਈ ਸੀ ਅਤੇ ਇਸ ਵਿੱਚ 45 ਯਾਤਰੀ ਸਵਾਰ ਸਨ। ਇਸ ਹਾਦਸੇ 'ਚ ਇੱਕ ਕਾਰ ਵੀ ਬੱਸ ਨਾਲ ਟਕਰਾ ਗਈ ਸੀ, ਪਰ ਇਸ 'ਚ ਸਵਾਰ 3 ਵਿਅਕਤੀ ਸੁਰੱਖਿਅਤ ਬਚ ਗਏ। ਇਸ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਹਿੱਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ।